also be an aspiration for progress. Not satisfied with what one is, how one is, what one does, what one knows, or thinks one knows, but to have a constant aspiration for more, something better, for a greater light, a vaster consciousness, a truer truth, and a more universal goodness, and over and above that, a goodwill which never fails. ਉਹ ਦੌੜਦੇ ਸੀ ਤਾਂ ਕਿਹਾ ਜਾਂਦਾ ਸੀ ਕਿ ਉਹ ਦੌੜ ਨਹੀਂ ਰਹੇ ਸਗੋਂ ਉੱਡ ਰਹੇ ਸਨ। ਮਿਲਖਾ ਸਿੰਘ ਦਾ ਜਨਮ ਪਾਕਿਸਤਾਨ ਲਾਇਪੁਰ ਵਿਖੇ ਹੋਇਆ। ਮਿਲਖਾ ਸਿੰਘ ਜੋ ਫਲਾਈਟ ਸਿੱਖ ਵਜੋਂ ਜਾਣਿਆ ਜਾਂਦਾ ਭਾਰਤੀ ਦੌੜਾਕ ਸੀ, ਜਿਨ੍ਹਾਂ ਨੇ 1960 ਸਮਰ ਓਲੰਪਿਕ ਵਿੱਚ ਭਾਰਤ ਨੂੰ ਰੋਮ ਵਿਖੇ ਭਾਰਤ ਦੀ ਨੁਮਾਇੰਦਗੀ ਕੀਤੀ। 2010 ਤੱਕ ਜਦੋਂ ਕ੍ਰਿਸ਼ਨਾ ਪੂਨੀਆ ਨੇ ਡਿਸਕਸ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ ਸੋਨੇ ਦਾ ਤਗਮਾ ਦਿਵਾਇਆ ਸੀ, ਉਹ ਭਾਰਤ ਦਾ ਅਜਿਹਾ ਇਕੱਲਾ ਐਥਲੀਟ ਸੀ ਜਿਸ ਨੇ ਭਾਰਤ ਨੂੰ ਐਥਲੈਟਿਕ ਵਿੱਚ ਵਿਅਕਤੀਗਤ ਸੋਨੇ ਦਾ ਤਗਮਾ ਦਿਵਾਇਆ। ਮਿਲਖਾ ਸਿੰਘ ਨੂੰ ਖੇਡਾਂ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਕਰਕੇ ਭਾਰਤ ਦੇ ਚੌਥੇ ਸਭ ਤੋਂ ਉੱਚੇ ਨਾਗਰਿਕ ਅਵਾਰਡ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ, ਪਰ ਉਸ ਨੂੰ ਇਹਨਾਂ ਬੁਲੰਦੀਆਂ ਤੱਕ ਪਹੁੰਚਣ ਲਈ ਬਹੁਤ ਸੰਘਰਸ਼ ਕਰਨਾ ਪਿਆ। ਇਸ ਦ੍ਰਿਸ਼ ਨੂੰ ਪੇਸ਼ ਕਰ ਰਹੇ ਹਨ ਇਹ 9ਵੀਂ ਕਲਾਸ ਦੇ ਵਿਦਿਆਰਥੀ। ਸਤਿ ਸ਼੍ਰੀ ਅਕਾਲ ਕੋਚ ਸਾਹਿਬ। ਸਤਿ ਸ਼੍ਰੀ ਅਕਾਲ। ਹੋਰ ਮਿਲਖਿਆ ਸਭ ਵਧੀਆ? ਹਾਂਜੀ ਵਧੀਆ ਜੀ। ਮਿਲਖਿਆ ਤੂੰ ਹੁਣ 400 ਦੌੜਨੀ ਹੈ। ਉਹ 400 ਮਤਲਬ 400 ਮੀਟਰ ਪਸੂੜੀ ਗਰਾਊਂਡ ਦਾ ਪੂਰਾ ਇੱਕ ਚੱਕਰ ਲਗਾਣਾ ਚੱਕਰ। ਬਸ ਗੁਰੂ ਜੀ ਗਰਾਊਂਡ ਦਾ ਇੱਕ ਚੱਕਰ, ਮੈਂ ਤਾਂ 20 ਚੱਕਰ ਲਾ ਲਵਾਂ। ਓਏ ਸਰਦਾਰਾ 20 ਚੱਕਰ ਨਹੀਂ, ਸਮਝ 20 ਕਦਮ ਇੱਕ ਮੀਲ ਲਾਣਾ। ਠੀਕ ਹੈ ਜੀ। ਇੱਕ ਗੱਲ ਪੱਲੇ ਬੰਨ ਲੈ, ਇਹਨਾਂ ਖੇਡਾਂ ਦੀ ਬਹੁਤ ਅਹਿਮੀਅਤ ਹੈ। ਇਹਨਾਂ ਖੇਡਾਂ ਵਿੱਚ ਜਿਹੜਾ ਵੀ ਪਹਿਲੇ 3 ਸਥਾਨਾਂ ਤੇ ਜਾਵੇਗਾ ਉਹੀ ਅੱਗੇ ਜਾ ਕੇ ਬ੍ਰਿਗੇਡ ਖੇਡਾਂ ਵਿੱਚ ਵੀ ਚੁਣਿਆ ਜਾਵੇਗਾ ਅਤੇ ਉਹਨੇ ਅੱਗੇ ਚੱਲ ਕੇ ਰਾਸ਼ਟਰੀ ਸੇਵਾਵਾਂ ਲਈ ਵੀ ਪਹਿਲ ਦਿੱਤੀ ਜਾਵੇਗੀ। ਆਹੋ ਜੀ। ਹੋਰ ਵੀ ਸੰਧੂ ਸਾਹਿਬ ਕੀ ਹਾਲ ਚਾਲ? ਧੰਨ ਪਾਕ ਵੀ ਬਾਦਸ਼ਾਹੋ ਕੀ ਹਾਲ ਨੇ? ਵਧੀਆ ਜੀ ਵਧੀਆ, ਤੁਸੀਂ ਸੁਣਾਓ? ਵਧੀਆ ਸੰਧੂ ਸਾਹਿਬ। ਹਾਂ ਵੀ ਮੁੱਛੜ ਕਿੱਦਾਂ ਹੋ ਜਾਏ ਫਿਰ ਚਾਚਾ ਲੱਸੀ ਵਸੀ ਆਉਣੇ ਜੀ ਜ਼ਰੂਰ ਆਓ ਫਿਰ। ਦੇਖਿਆ ਬੈਰਕ ਨੰਬਰ 4 ਵਿੱਚ ਨਾ। ਠੀਕ ਹੈ ਸਰ। ਮਿਲਖਾ ਸਿੰਘ ਆਪਣੇ ਦੇਸ਼ ਦੀ ਮਿੱਟੀ ਪ੍ਰਤੀ ਆਪਣਾ ਪਿਆਰ ਜ਼ਾਹਿਰ ਕਰਦੇ ਹੋਏ। ਸ਼ੇਰ ਸਿੰਘ ਰਾਣਾ ਚੈਂਪੀਅਨ ਆਪਣੇ ਦੋਸਤਾਂ ਨਾਲ ਗੱਲਬਾਤ ਕਰਦੇ ਹੋਏ। ਹੋਰ ਫਿਰ ਤੈਮੂਰ ਮੀਆਂ ਕੀ ਹਾਲ ਹੈ? मैं वधिया जी तुसी दसो। ਹੋਰ ਫਿਰ ਭਾਈ ਕੀ ਹਾਲ ਹੈ? ਕੀ ਹਾਲ ਹੈ ਭਾਈ? ਹੋਰ ਟ੍ਰੇਨਿੰਗ ਕਿਵੇਂ ਚੱਲ ਰਹੀ ਹੈ? बहुत चली जाती है जी। टाइमिंग ठीक है? हाँ जी हाँ जी। ਹੋਰ ਸੁਣਾਓ? बस सब वधिया तुसी अपना दसो घर बार। ਸਭ ਵਧੀਆ ਚੱਲ ਰਿਹਾ? ਇਹ ਕੋਟ ਕਿੱਥੋਂ ਮਿਲਦਾ ਹੈ ਜੀ? ਤੂੰ ਕੀ ਪੁੱਛ ਰਿਹਾ ਹੈ? ਮੈਂ ਵੀ ਪਾਉਣਾ ਹੈ। ਦੇਖ ਰਿਹਾ ਕਿ ਕੋਟ ਪਾਉਣ ਵਾਲੇ ਨੂੰ ਜ਼ਿਆਦਾ ਇੱਜ਼ਤ ਮਿਲ ਰਹੀ ਹੈ। अच्छा अच्छा तू कौन है? हाँ जी। ਪਹਿਲਾਂ ਇਹ ਦੱਸ ਤੂੰ ਹੈ ਕੌਣ? मैं जवान मिल्खा सिंह, ईएमई सेंटर सिकंदराबाद एथलीट हाँ। मेरी फटीक ड्यूटी भी माफ है। फटीक ड्यूटी। ਨੇੜੇ ਆਓ ਫਟੀਕ ਮਾਰ ਜੀ। ਇਹ ਇੰਡੀਆ ਦਾ ਪਲੇਅਰ ਹੈ, ਸਾਰਿਆਂ ਨੂੰ ਨਹੀਂ ਮਿਲਦਾ, ਮੇਰੇ ਵਰਗੇ ਚੈਂਪੀਅਨਾਂ ਨੂੰ ਮਿਲਦਾ ਹੈ। ਚਲੋ ਭੱਜੋ। चल भाजो ने। ਸ਼ੇਰ ਸਿੰਘ ਨੂੰ ਇੰਨੀ ਇੱਜ਼ਤ ਮਿਲਦਿਆਂ ਦੇਖ ਕੇ ਮਿਲਖਾ ਸਿੰਘ ਨੂੰ ਉਸ ਕੋਟ ਨੂੰ ਪ੍ਰਾਪਤ ਕਰਨ ਦੀ ਇੱਛਾ ਪੈਦਾ ਹੋਈ। ਮਿਲਖਾ ਸਿੰਘ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਨਿਹਾਰਦੇ ਹੋਏ। ओहो सोने सरदार जी, मिल्खा बन गया चैंपियन, मिल्खा बन गया इंडिया, मिल्खा द चैंपियन। ਚੋਰ ਦਰਿੰਦਰ ਚੋਰੀ ਕਰ ਰਹੇ ਹੈ? नहीं जी, मैं तो सिर्फ कोट पा के देख रहा सी। भागे देख रहे सी। हाँ जी। चोर है जी चोर है।
ਓਏ ਚੋਰ ਨਹੀਂ ਕਹਿਣਾ। ਇਹਦੀ ਰਿਪੋਰਟ ਕਰਾਓ, ਇਹਨੂੰ ਸਸਪੈਂਡ ਕਰਾਓ। ਚੱਲ ਸਾਡਾ ਕੋਟ ਬਣਾ ਦੇ। ਓਏ ਹਟੋ, ਕੀ ਕਰ ਰਹੇ ਹੋ? ਸਾਡਾ ਕੋਡ ਚੋਰੀ ਕਰ ਰਹੇ ਆ। ਪਾਇਆ ਸੀ ਨਾ ਕੋਡ? ਮੈਂ ਤਾਂ ਸਿਰਫ ਪਾ ਕੇ ਦੇਖ ਰਿਹਾ ਸੀ। ਤੁਸੀਂ ਠੰਡ ਰੱਖੋ ਮੁੰਡਿਓ, ਇਹ ਇੰਡੀਆ ਦਾ ਬਲੇਜ਼ਰ ਹੈ, ਏਦਾਂ ਨਹੀਂ ਮਿਲਦਾ, ਇਹਨੂੰ ਕਮਾਉਣਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ। ਹਰਾਏਗਾ ਇਹਨੂੰ, ਜਾਣਦਾ ਕੌਣ ਹੈ? ਸ਼ੇਰ ਸਿੰਘ ਰਾਣਾ, ਸ਼ੇਰ ਸਿੰਘ ਰਾਣਾ ਗੋਲੀ ਵਾਂਗ ਚੱਲਦਾ, ਹਵਾਵਾਂ ਵਾਂਗ ਤੋੜਦਾ। ਦੱਸ ਹਰਾਏਗਾ ਇਹਨੂੰ? ਹੈ ਦਮ ਆਰਾਮ ਦਾ? ਹਾਂਜੀ ਮੈਂ ਜ਼ਰੂਰ ਬਣਾਵਾਂਗਾ। ਚਾਹੇ ਕੱਲ ਆ ਜਾ, आज ही कोई नहीं। इस तरह मिल्खा सिंह शेर सिंह राणा ਨੂੰ ਹਰਾਉਣ ਦਾ ਦ੍ਰਿੜ ਨਿਸ਼ਚੈ ਕਰ ਲੈਂਦਾ ਹੈ। इस तरह मिल्खा सिंह ने मुश्किलों का सामना करते हुए 1960 के ओलंपिक खेलों की 400 मीटर की दौड़ 45.73 के समय नाल पूरी करके चौथा स्थान प्राप्त किया, जो कि 41 साल तक नेशनल रिकॉर्ड रहा। उन्हां दियां ਇਹ ਪ੍ਰਾਪਤੀਆਂ ਸਦਕਾ ਹੀ ਅੱਜ ਵੀ ਉਹਨਾਂ ਨੂੰ ਉੜਨਾ ਸਿੱਖ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਾਨੂੰ ਸਾਰਿਆਂ ਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਹਰ ਸੰਭਵ ਯਤਨ ਕਰਦੇ ਰਹਿਣਾ ਚਾਹੀਦਾ ਹੈ। ਧੰਨਵਾਦ। ਅਜਿਹੇ ਹੁੰਦੇ ਹਨ ਜੋ ਆਪਣੇ ਵਿਰੋਧੀਆਂ ਦੀ ਪਰਵਾਹ ਨਾ ਕਰਦੇ ਹੋਏ ਵੀ ਆਪਣੇ ਮਿੱਥੇ ਹੋਏ ਟੀਚਿਆਂ ਤੇ ਪਹੁੰਚਣ ਲਈ ਬਹੁਤ ਸਾਰੀ ਮੁਸੀਬਤਾਂ ਨੂੰ ਸਹਾਰਦੇ ਹੋਏ ਵੀ ਹੌਸਲਾ ਨਹੀਂ ਹਾਰਦੇ ਅਤੇ ਇੱਕ ਦਿਨ ਉਹ ਆਪਣੇ ਟੀਚਾ ਪੂਰਾ ਕਰ ਹੀ ਲੈਂਦੇ ਹਨ। ਅਜਿਹਾ ਹੀ ਵਿਅਕਤੀ ਸੀ ਕੋਪਰਨਿਕਸ। ਕੋਪਰਨਿਕਸ ਪੋਲੈਂਡ ਦਾ ਅੰਤਰਿਕਸ਼ ਵਿਗਿਆਨੀ ਸੀ। ਕੋਪਰਨਿਕਸ ਦਾ ਜਨਮ 14 ਫਰਵਰੀ 1473 ਨੂੰ ਟੋਰਨ ਵਿਖੇ ਹੋਇਆ। ਆਪ ਜੀ ਦੇ ਪਿਤਾ ਜੀ ਇੱਕ ਵਪਾਰੀ ਸਨ। ਜਦ ਕੋਪਰਨਿਕਸ 10 ਸਾਲ ਦੇ ਸੀ ਤਦ ਆਪ ਜੀ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ। ਉਦੋਂ ਤੋਂ ਹੀ ਆਪ ਜੀ ਦੇ ਮਾਮਾ ਜੀ ਨੇ ਆਪ ਜੀ ਦਾ ਪਾਲਣ ਪੋਸ਼ਣ ਕੀਤਾ, ਜੋ ਐਮਰਲੈਂਡ ਵਿੱਚ ਉਸ ਸਮੇਂ ਪਾਦਰੀ ਸੀ। ਤੂੰ ਚਿੰਤਾ ਨਾ ਕਰ, ਮੈਂ ਤੇਰੇ ਨਾਲ ਹਾਂ। ਕੋਪਰਨਿਕਸ ਨੇ 3 ਸਾਲ ਤੱਕ ਚਿਕਿਤਸਕ ਕਲਾ ਤੇ ਖਗੋਲ ਸ਼ਾਸਤਰ ਦਾ ਅਧਿਐਨ ਕੀਤਾ। ਪਹਿਲਾਂ ਪੂਰਾ ਸੰਸਾਰ ਅਰਸਤੂ ਦੇ ਮਾਡਲ ਤੇ ਵਿਸ਼ਵਾਸ ਕਰਦਾ ਸੀ, ਜਿਸ ਵਿੱਚ ਪ੍ਰਿਥਵੀ ਬ੍ਰਹਿਮੰਡ ਦਾ ਕੇਂਦਰ ਸੀ। ਅਗਰ ਹੁਣ ਜੇ ਅਸੀਂ ਇਸ ਗੱਲ ਨੂੰ ਸੋਚੀਏ ਤਾਂ ਸਾਨੂੰ ਸੋਚ ਕੇ ਵੀ ਹੱਸੀ ਆ ਜਾਂਦੀ ਹੈ। ਕੋਪਰਨਿਕਸ ਨੇ ਸਾਰਿਆਂ ਦੀ ਸੋਚ ਦੇ ਉਲਟ ਖੋਜ ਕਰਨ ਤੋਂ ਬਾਅਦ ਇਸ ਨਤੀਜੇ ਤੇ ਪਹੁੰਚਿਆ ਕਿ ਪ੍ਰਿਥਵੀ ਸੰਸਾਰ ਦਾ ਇੱਕ ਛੋਟਾ ਜਿਹਾ ਟੁਕੜਾ ਹੈ। ਉਹ ਆਪਣੇ ਅਕਸ ਤੇ ਹੀ ਨਹੀਂ ਘੁੰਮਦੀ, ਬਲਕਿ 1 ਸਾਲ ਤੱਕ ਸੂਰਜ ਦੀ ਪਰਿਕਰਮਾ ਵੀ ਕਰਦੀ ਹੈ। पृथ्वी ब्रह्मांड का तूरा नहीं है, बल्कि सूरज ब्रह्मांड का तूरा है, जिस द्वारे साडी धरती 365 दिनों ਵਿੱਚ ਇੱਕ ਚੱਕਰ ਪੂਰਾ ਕਰਦੀ ਹੈ ਅਤੇ ਆਪਣੇ ਅਕਸ਼ ਉੱਤੇ ਸਾਡੀ ਧਰਤੀ ਇੱਕ ਦਿਨ ਵਿੱਚ ਇੱਕ ਹੀ ਚੱਕਰ ਪੂਰਾ ਕਰਦੀ ਹੈ। ਇਹ ਹੋ ਨਹੀਂ ਸਕਦਾ। ਇੱਕ ਦਿਨ ਤੁਹਾਨੂੰ ਮੇਰੀ ਗੱਲਾਂ ਤੇ ਜ਼ਰੂਰ ਵਿਸ਼ਵਾਸ ਹੋਵੇਗਾ। 1530 ਵਿੱਚ ਉਸਨੇ ਇੱਕ ਪਰਚਾ ਪ੍ਰਕਾਸ਼ਿਤ ਕੀਤਾ ਅਤੇ ਬਹੁਤ ਸਾਰੇ ਵਿਗਿਆਨੀਆਂ ਨੂੰ ਭੇਜਿਆ। ਪਰ ਉਸਦੇ ਇਹਨਾਂ ਵਿਚਾਰਾਂ ਨੂੰ ਸਹੀ ਦਿਸ਼ਾ ਦੇਣ ਲਈ ਸਮਾਂ ਢੁਕਵਾਂ ਨਹੀਂ ਸੀ। ਉਸਦਾ ਇੱਕ ਵਿਦਿਆਰਥੀ ਜਾਰਜ ਹੌਜਨ, ਜੋ ਕੋਪਰਨਿਕਸ ਦੀਆਂ ਗੱਲਾਂ ਨੂੰ ਸਹੀ ਮੰਨਦਾ ਸੀ, ਉਸਨੇ ਕੋਪਰਨਿਕਸ ਦੀ ਕਿਤਾਬ ਛਪਵਾਉਣ ਦੀ ਜ਼ਿੰਮੇਵਾਰੀ ਲਈ ਅਤੇ ਪੂਰੀ ਵੀ ਕੀਤੀ। ਮੈਨੂੰ ਤੁਹਾਡੀ ਗੱਲਾਂ ਤੇ ਪੂਰਾ ਵਿਸ਼ਵਾਸ ਹੈ। ਮੈਂ ਤੁਹਾਡੀ ਕਿਤਾਬ ਨੂੰ ਜ਼ਰੂਰ ਛਪਵਾਵਾਂਗਾ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਮੇਰੇ ਤੇ ਭਰੋਸਾ ਜ਼ਰੂਰ ਕਰੋਗੇ।
ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ। ਉਸਦੀ ਕਿਤਾਬ ਜਦ ਉਹ ਮਰਨ ਕਿਨਾਰੇ ਸੀ ਤਦ ਛਪੀ ਤੇ ਇਸ ਦੀ ਪਹਿਲੀ ਕਾਪੀ ਕਾਪਰਨਿਕਸ ਦੇ ਆਖਰੀ ਸਾਹ ਤੇ ਉਸ ਨੂੰ ਮਿਲੀ। ਮੈਂ ਤੁਹਾਡਾ ਸੁਪਨਾ ਸੱਚ ਕਰ ਦਿੱਤਾ ਹੈ ਕਿ ਤੁਸੀਂ ਹੁਣ ਖੁਸ਼ ਹੋ। ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ। ਕੋਪਰਨਿਕਸ ਦੀ ਮੌਤ 24 ਮਈ 1543 ਨੂੰ ਹੋਈ। ਕੋਪਰਨਿਕਸ ਦੀ ਗੱਲ ਨੂੰ ਸਹੀ ਮੰਨਣ ਲਈ ਇੱਕ ਸਦੀ ਦਾ ਸਮਾਂ ਲੱਗਿਆ। 1531 ਈਸਵੀ ਵਿੱਚ ਉਸ ਦੀ ਕਿਤਾਬ ਜੋ ਚਰਚ ਵੱਲੋਂ ਬੈਨ ਕੀਤੀ ਗਈ ਸੀ ਉਸ ਕਿਤਾਬ ਤੋਂ ਬੰਦਿਸ਼ 1835 ਈਸਵੀ ਨੂੰ ਹਟਾ ਦਿੱਤੀ ਗਈ ਸੀ। ਉਸ ਦੀ ਸਫਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ 1839 ਵਿੱਚ ਉਸ ਦਾ ਸਟੈਚੂ ਵਾਰਸਾ ਵਿੱਚ ਬਣਾਇਆ ਗਿਆ। ਕੋਪਰਨਿਕਸ ਦੇ ਜੀਵਨ ਤੋਂ ਸਾਨੂੰ ਇਹ ਸੇਧ ਮਿਲਦੀ ਹੈ ਕਿ ਸਾਨੂੰ ਆਪਣੇ ਜੀਵਨ ਵਿੱਚ ਮਿੱਥੇ ਲਕਸ਼ ਨੂੰ ਪ੍ਰਾਪਤ ਕਰਨ ਵਾਸਤੇ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੀਵਨ ਵਿੱਚ If there is no struggle, there is no progress. Let's meet up our characters. Ekam as APJ Abdul Kalam, Saksham as father of Kalam, Yachna as mother of Kalam, Piyusha as teacher, Shivam, Drishti, Reet and Aniket as friends and batchmates. APJ Abdul Kalam, the missile man of India, was born and brought up in a poor family. Boat sailing was the only occupation of his family. Due to a terrible thunderstorm, the little boat tied by the edge of the shore broke down into pieces. Oh God, why? Why you have done this to me? Kalam's father went back to his home in a gloomy mood. What happened? What happened? Why are you so sad? Is everything fine? What we will do now? The only source of income has been disrupted. Our boat. Our boat? Oh no! Don't worry, nobody dies of hunger. What happened? We have lost everything. Father, don't worry. I'm always with you. Kalam helped his father by selling newspapers at a very young age. Scene number 2. He was not equally treated in his school. The discrimination was unbearable. Kalam, you will not sit with them. Hindu Muslim together? No. But miss. No means no. Scene number 3. For his higher schooling, Kalam urged to go to the city area, but his mother was not interested to do so. Abba, there's no higher education facilities in our area. No, you are not going anywhere. You have to stay with us. You have to stay here only. Abdul, my child, I know you have to go away to grow up. Does the seagull not fly alone in the sky without nest? Ammi, progress comes with sacrifices. I want to succeed in my life and that is not possible here. But I don't want you to go anywhere. Please, Ammi, please. Okay, go and chase your dreams. Scene number 4. Wow, Abdul, that was so real. Abdul, can you teach us? It looked like he is given in his imagination. I also think so. Scene number 5. For his further education, Kalam joined MIT, Madras Institution of Technology. One day the teacher
teacher asked the students to prepare a model for a scholarship test. Guys, listen up. Here's an announcement for all of you. You have to prepare a project related to aeronautics within a week. The best team will get the scholarship. So, get ready. After a week, Good. Okay, now Kalam and his team, come forward. Miss, here's our project. A low-level attack aircraft. This is not good enough. I've expected something more and better than this. Sorry, miss. Can you just give me some more time? Kalam, I know that you and your team can do much better. But I can lend only 3 days. Thanks, miss. I'll try my best this time. 3 days later. Miss, here's our new project. I hope you like it. Excellent, Kalam. You stood upon my expectations. Abdul, your determination and excellence is a trait which will surely lead you to progress. Wait, that's not all. His life was full of struggles and setbacks. It was just a glimpse of his life. The life of Abdul Kalam teaches us that struggle might never end. But to achieve victory, we need to keep on trying. Progress is not an illusion. It is true, but it is slow and invariably disappointing. If you fail, never give up because fail itself means FAIL, first attempt in learning. End is not exactly the end. END means effort never dies. If you get no as an answer, remember no means next opportunity. So let's be optimistic. The first step is not the best step, but to be on the best step, we need to take the first step. Thank you.